ਹੈਲੋ 10th ਕਲਾਸ ਸਟੂਡੈਂਟਸ। ਉਮੀਦ ਕਰਦੇ ਹਾਂ ਕਿ ਤੁਸੀਂ ਸੁਰੱਖਿਅਤ ਹੋ ਅਤੇ ਸੇਫ ਰਹਿ ਕੇ ਆਪਣੇ ਘਰਾਂ ਦੇ ਵਿੱਚ ਜਿਹੜੀ ਆਪਣੀ ਐਗਜ਼ਾਮ ਦੀ ਤਿਆਰੀ, ਆਪਣੀ ਪੈਸ ਦੀ ਜਿਹੜੀ ਤਿਆਰੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋ। ਸੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਤੁਸੀਂ ਵੀਕਲੀ ਜਿਹੜੇ ਤੁਹਾਡੇ ਪੈਸ ਦੇ ਜਿਹੜੇ ਪੇਪਰ ਸ਼ੁਰੂ ਹੋਏ ਹਨ ਅਤੇ ਕੱਲ੍ਹ ਜਿਹੜਾ ਤੁਹਾਡਾ 10th ਕਲਾਸ ਦਾ ਜਿਹੜਾ ਵੀਕਲੀ ਪੇਪਰ ਹੋਇਆ ਹੈ ਸਤੰਬਰ ਟੈਸਟ ਦਾ ਪੈਸ ਦਾ। ਸੋ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਐਂਡ ਵੀ ਵਿਲ ਪ੍ਰੋਵਾਈਡ ਯੂ ਦੀ ਡਿਟੇਲ ਸੋਲਿਊਸ਼ਨ ਆਫ ਆਲ ਦੋਜ਼ ਕੁਐਸਚਨਸ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਫਸਟ ਕੁਐਸਚਨ ਕੀ ਕਹਿ ਰਿਹਾ ਹੈ, ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਅਪਰਮੇਯ ਸੰਖਿਆ ਹੈ। ਅਪਰਮੇਯ ਮਤਲਬ ਵਿਚ ਆਫ ਦੀ ਫੋਲੋਇੰਗ ਇਜ਼ ਐਨ ਇਰਰੈਸ਼ਨਲ ਨੰਬਰ, ਕਿ ਹੇਠ ਜਿਹੜੀਆਂ ਆਪਸ਼ਨਸ ਆ ਉਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਆ ਇਰਰੈਸ਼ਨਲ ਨੰਬਰ ਹੈ। ਹੁਣ ਇਰਰੈਸ਼ਨਲ ਨੰਬਰ ਬੱਚੇ ਕੀ ਹੁੰਦਾ ਹੈ, ਸੋ ਦੀਜ਼ ਆਰ the real numbers that cannot be represented as a simple fraction। ਸੋ ਇੱਕ ਹੈਗੇ ਆ ਰੈਸ਼ਨਲ ਨੰਬਰ ਜਿਨ੍ਹਾਂ ਨੂੰ ਆਪਾਂ ਫ੍ਰੈਕਸ਼ਨ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਬਟ ਇਰਰੈਸ਼ਨਲ ਨੰਬਰ ਕੀ ਹਨ ਕਿ ਜਿਨ੍ਹਾਂ ਨੂੰ ਆਪਾਂ ਸਿੰਪਲ ਫ੍ਰੈਕਸ਼ਨ ਦੀ ਫਾਰਮ ਦੇ ਵਿੱਚ ਨਹੀਂ ਲਿਖ ਸਕਦੇ। ਸੋ ਸਿੰਪਲ ਫ੍ਰੈਕਸ਼ਨ ਦੇ ਵਿੱਚ ਕੈਨੋਟ ਬੀ ਰਿਟਨ, ਸੋ ਇਹਨਾਂ ਨੂੰ ਆਪਾਂ ਨਹੀਂ ਲਿਖ ਸਕਦੇ। ਸੋ ਇਹਨਾਂ ਦਾ ਜਿਹੜਾ ਐਂਡਲੈਸ ਜਿਹੜੇ ਆ ਉਹ ਫ੍ਰੈਕਸ਼ਨ ਹੁੰਦੇ ਆ, ਸੋ ਦੇ ਕੈਨੋਟ ਬੀ ਐਕਸਪਲੇਨਡ ਇਨ ਦੀ ਰੇਸ਼ੋ। ਸੋ ਇਹਨਾਂ ਨੂੰ ਆਪਾਂ ਇਨ ਦੀ ਫਾਰਮ ਆਫ ਰੇਸ਼ੋ ਦੀ ਫਾਰਮ ਦੇ ਵਿੱਚ ਇਹਨਾਂ ਨੂੰ ਆਪਾਂ ਨਹੀਂ ਲਿਖ ਸਕਦੇ। ਵੀ ਕੈਨੋਟ ਰਿਟਰਨ ਇਨ ਰੇਸ਼ੋ ਫਾਰਮ। ਸੋ ਰੇਸ਼ੋ ਦੀ ਫਾਰਮ ਦੇ ਵਿੱਚ ਇਹਨਾਂ ਨੂੰ ਆਪਾਂ ਨਹੀਂ ਲਿਖ ਸਕਦੇ। ਹੁਣ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਜਿਹੜੀ ਫ੍ਰੈਕਸ਼ਨਸ ਟਰਮ ਹੈਗੀਆਂ ਆ, ਸੋ ਜਿਵੇਂ ਫਾਰ ਐਗਜ਼ਾਮਪਲ P/Q ਜਿਹੜੀ ਆ ਦੈਟ ਇਜ਼ ਇਹ ਫ੍ਰੈਕਸ਼ਨ ਟਰਮ। ਸੋ ਜਿਹਦੇ ਵਿੱਚ P ਤੇ Q ਜਿਹੜੇ ਆ they are integer and Q should be less than 0। so this is the condition for rational number। ਹੁਣ ਫਾਰ ਐਗਜ਼ਾਮਪਲ 4 ਜਿਹੜਾ √4 ਆ, ਸੋ ਇਹ ਕੀ ਆ, ਸੋ ਇਹਨੂੰ ਜੇ ਆਪਾਂ ਓਪਨ ਕਰੀਏ ਸੋ ਇਹਦੀ ਜਿਹੜੀ ਵੈਲਿਊ ਆਉਂਦੀ ਆ ਸੋ ਦੈਟ ਇਜ਼ ਇਕੁਅਲ ਟੂ 2। ਸੋ ਦਿਸ ਇਜ਼ ਇਹ ਰੈਸ਼ਨਲ ਨੰਬਰ, ਇਹਨੂੰ ਆਪਾਂ 2/1 ਕਰਕੇ ਲਿਖ ਸਕਦੇ ਹਾਂ। ਸੋ 3/8 ਜਿਹੜਾ ਆ, ਸੋ √8 ਜਿਹੜਾ ਆ ਦਿਸ ਇਜ਼ ਇਹ ਇਰਰੈਸ਼ਨਲ ਨੰਬਰ, ਕਿ ਇਹਦੀ ਜਿਹੜੀ ਵੈਲਿਊ ਆ ਦੈਟ ਇਜ਼ ਇੱਕ ਪ੍ਰੋਪਰ ਰੇਸ਼ੋ ਦੇ ਵਿੱਚ ਨਹੀਂ ਆਉਂਦੀ। ਸੋ ਫਾਰ ਐਗਜ਼ਾਮਪਲ √8 ਦੀ ਜਿਹੜੀ ਵੈਲਿਊ ਆ ਜੇ ਮੈਂ ਲਿਖਾਂ, ਸੋ ਇਟ ਇਜ਼ ਆਫ ਦੀ ਆਰਡਰ ਆਫ 2.82284227 ਐਂਡ ਇਟ ਇਜ਼ ਐਂਡਲੈਸ। ਸੋ ਦਿਸ ਇਜ਼ ਏ ਇਰਰੈਸ਼ਨਲ ਨੰਬਰ। ਸੋ ਕਰੈਕਟ ਆਪਸ਼ਨ ਜਿਹੜੀ ਹੈਗੀ ਆ ਇਹਦੇ ਵਿੱਚ ਇਰਰੈਸ਼ਨਲ ਨੰਬਰ ਹੈ, ਸੋ ਦੈਟ ਇਜ਼ ਆਪਸ਼ਨ ਬੀ। ਉਸ ਤੋਂ ਇਲਾਵਾ ਤੁਸੀਂ ਸੀ ਆਪਸ਼ਨ ਜਿਹੜੀ ਆ √100 ਉਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, that is 10 into 10 and this 10 it is a rational number। so similarly minus of 0.64 that can be written as 0.8 into 0.8 and it comes out to be minus 0.8, so it is also a rational number। so all these terms they are a rational number except this second option which is a irrational number। so 3/8 is the correct answer for this question। so next question is the zeroth of the following polynomial। we have to find the zeroth of the following polynomial equation। so equation ਸਾਨੂੰ ਕੀ ਦਿੱਤੀ ਹੋਈ ਆ, 3x² + 15x + 12। ਹੁਣ ਇਹਨਾਂ ਦੇ ਜਿਹੜੇ ਇਸ ਪੋਲੀਨੋਮੀਅਲ ਇਕੁਏਸ਼ਨ ਦੇ ਆਪਾਂ ਫੈਕਟਰ ਬਣਾਉਣੇ ਆ। ਹੁਣ ਆਪਾਂ ਫੈਕਟਰ ਕਿਸ ਤਰ੍ਹਾਂ ਬਣਾ ਸਕਦੇ ਹਾਂ, ਜੇ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਜਿਹੜਾ ਸਮ ਆ ਜਦੋਂ ਆਪਾਂ ਇਹਨਾਂ ਦੇ ਫੈਕਟਰ ਬਣਾਉਣੇ ਆ ਉਹਦਾ ਨੰਬਰ ਜਿਹੜਾ ਆ ਉਹ 15 ਹੋਣਾ ਚਾਹੀਦਾ ਆ, ਜਦ ਕਿ ਪ੍ਰੋਡਕਟ ਜਿਹੜਾ ਆ ਸੋ 12 into 3 that is equal to 36। ਸੋ 36 ਨੂੰ ਮੈਂ ਕਿਸ ਤਰ੍ਹਾਂ ਡਿਵਾਈਡ ਕਰਾਂ ਕਿ ਉਹਦਾ ਜਿਹੜਾ ਪ੍ਰੋਡਕਟ ਆ ਉਹ 36 ਆ ਜੇ ਤੇ ਸਮ ਜਿਹੜਾ ਆ ਉਹ 15 ਆ ਜੇ। ਸੋ ਆਈ ਕੈਨ ਰਾਈਟ ਇਟ 12 and 3। ਸੋ 12 3 36, 12 + 3 that is equal to 15। ਸੋ ਇਹ ਜਿਹੜੀ ਇਕੁਏਸ਼ਨ ਆ ਇਹ ਫੈਕਟਰਾਈਜ਼ ਫਾਰਮ ਦੇ ਵਿੱਚ ਕਿਸ ਤਰ੍ਹਾਂ ਲਿਖ ਸਕਦਾ ਮੈਂ, ਸੋ that is equal to 12x + 3x + 12। ਹੁਣ I have to equate it to 0 in order to find the value of x। ਹੁਣ ਇਸ ਕੇਸ ਦੇ ਵਿੱਚ ਜੇ ਫਸਟ ਦੋ ਟਰਮਸ ਤੁਸੀਂ ਦੇਖੋ, ਸੋ ਇਹਦੇ ਵਿੱਚ ਜੇ ਮੈਂ 3x ਕਾਮਨ ਕੱਢ ਰਿਹਾ, ਸੋ x + 4 is the first part। so similarly
3 ਜੇ मैं कॉमन कढ ਲਾਂ सो x + 4 सो दीज आर दी फैक्टर्स। सो हुण ये फैक्टर जिहड़े आ वो किहदे बराबर आ रहे आ, सो दे आर इक्वल टू 0। सो इस केस दे विच आई हैव टू फाइंड द जीरोथ ऑफ द फॉलोइंग पॉलीनोमीयल। सो x + 4 दैट इज इक्वल टू 0 एंड फस्ट जिहड़ा उहदा फैक्टर आ रहा है दैट इज इक्वल टू -4 होएगा एंड दूसरी इक्वेशन जिहड़ी आ दैट इज इक्वल टू 3x + 3 दैट इज इक्वल टू 0 एंड x इज इक्वल टू -3/3 दैट इज इक्वल टू -1। सो एक जिहड़ा उहदा फैक्टर बन रहा है दैट इज -1 एंड सैकेंड इज -4। नो लैट अस चैक दी ऑप्शंस। सो वो की कह रहा है कि जिहड़े ਉਹਦੇ ਬਹੁਪਦ ਬਣਨਗੇ सो वो की आ दोवें धनात्मक होणगे, बोथ आर पॉजिटिव। सो क्योंकि साडे जिहड़ा एक फैक्टर आ रहा -4 आ रहा, दूसरा -1 आ रहा, सो दिस इज़ रॉन्ग ऑप्शन। सो बोथ आर नैगेटिव, सो दिस इज़ द करैक्ट ऑप्शन कि जिहड़े साडे फैक्टर आ रहे आ सो उन्हां दोवां दी जिहड़ी वैल्यू आ वो नैगेटिव है। सो बाकी ऑप्शन 1 पॉजिटिव एंड 1 नैगेटिव दिस इज़ रॉन्ग। सो इक्वल इन मैगनीट्यूड बट ऑपोजिट इन साइन। सो मैगनीट्यूड भी उन्होंने डिफरेंट है, एक का मैगनीट्यूड 4 आ रहा है, दूसरे का मैगनीट्यूड 1 आ रहा है। सो दिस इज आल्सो दी रॉन्ग ऑप्शन। सो करैक्ट ऑप्शन इज ऑप्शन बी दैट इज बोथ आर नेगेटिव। सो कमिंग टू द थर्ड क्वेश्चन। सो थर्ड क्वेश्चन इज इफ P, Q, R are 3 consecutive terms of a AP series then Q will be dash of P and R। ਹੁਣ ਉਹ ਕੀ ਕਹਿ ਰਿਹਾ ਹੈ ਕਿ ਸਾਨੂੰ ਇੱਕ AP सीरीज ਦਿੱਤੀ ਹੋਈ ਆ। ਸੋ AP that is the arithmetic progression। ਸੋ arithmetic progression ਕੀ ਹੈ? ਸੋ it is a sequence of number कि एक ਉਹ ਵਾਲੀ सीरीज है sequence of numbers in order, एक order form ਦੇ ਵਿੱਚ ਹੋਣੀ ਚਾਹੀਦੀ ਆ in which the difference of any two consecutive number must be a constant value। कि ਜਿਹੜਾ उस सीरीज़ ਦੇ ਵਿੱਚ कोई भी दो नंबर कंजैक्टिव नंबर हैगे आ उन्हां दे ਵਿੱਚ ਜਿਹੜਾ डिफरेंस आ वो एक constant होना चाहिए है। So let us take example of 1, 2, 3, 4। So this is a arithmetic series। So इस केस ਦੇ ਵਿੱਚ ਕੀ ਆ कि डिफरेंस ਨੂੰ ਆਪਾਂ किस तरह कैलकुलेट करते हैं? सेकेंड टर्म माइनस फर्स्ट टर्म। सो 2 - 1 डिफरेंस इज 1। सिमिलरली दो कंजैक्टिव डिफरेंस जिहड़ा 3 ते 2 ਦੇ ਵਿੱਚ भी 1 आ रहा है, 4 ਤੇ 3 ਦੇ ਵਿੱਚ भी 1 आ रहा है। सो दिस इज ए अरिथमैटिक सीरीज़। सो इस तरह ही सानू ऑप्शन ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ P, Q ਤੇ R एक 3 सीरीज़ वाली साडे कोल AP सीरीज़ है। सो ਉਹਦੇ ਵਿੱਚ ਉਹਨੇ ਕੀ ਕਿਹਾ ਹੈ कि Q ਜਿਹੜਾ ਆ ਉਹ P ਤੇ Q ਦਾ ਕੀ ਹੋ ਸਕਦਾ ਹੈ। ਹੁਣ ਇਸ ਕੇਸ ਦੇ ਵਿੱਚ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਜਿਹੜਾ Q ਦੀ ਵੈਲਿਊ ਜਿਹੜੀ ਆ ਰਹੀ ਆ ਸੋ ਸੈਂਟਰ ਵਾਲਾ ਜਿਹੜਾ ਨੰਬਰ ਆ ਸੋ दैट इज द डिफरेंस ऑफ द थर्ड एंड फर्स्ट नंबर। सो Q is equal to R minus P। So what it can be? So it can be a mean। So mean ਨੂੰ ਆਪਾਂ ਕਿਸ ਤਰ੍ਹਾਂ ਕੈਲਕੂਲੇਟ ਕਰਦੇ ਆ? So it will be a mean so because difference of P and R is Q। क्योंकि P ਤੇ R ਦਾ ਜਿਹੜਾ डिफरेंस है वो किहदे बराबर है? वो Q ਦੇ बराबर है। फॉर एग्जाम्पल जे 3 ਤੇ 1 ਦੇ ਵਿੱਚ ਜਿਹੜਾ ਕਿੰਨਾ डिफरेंस आ रहा है सो दैट इज इक्वल टू 2। सो 2 किहदे बराबर है? 2 ਦੀ ਜਿਹੜੀ वैल्यू है दैट इज दिस सेंटर वैल्यू विच इज ऑफ Q। सो इस तरह ਆਪਾਂ ਇਹਨੂੰ ऑप्शन ਜਿਹੜੀ ਸਾਡੇ ਕੋਲ ਕਰੈਕਟ ਆਏਗੀ सो दैट इज द मीन। सो मीन ਕੀ ਹੁੰਦਾ ਹੈ? एडिंग all the numbers and then divide by how many numbers total there are। कि ਆਪਾਂ ਸਾਰਿਆਂ ਨੂੰ ਆਪਾਂ ਐਡ ਕਰ ਦਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਡਿਵਾਈਡ ਕਰਕੇ ਵੀ ਆਪਾਂ ਕੱਢ ਸਕਦੇ ਹਾਂ। ਸੋ ਇਹ ਮੀਡੀਅਮ ਨਹੀਂ ਹੋ ਸਕਦਾ ਕਿਉਂਕਿ ਮੀਡੀਅਮ ਦੀ ਕੀ ਡੈਫੀਨੇਸ਼ਨ ਹੁੰਦੀ ਹੈ? ਸੋ ਮੀਡੀਅਮ ਇਜ਼ द मिडल नंबर ऑफ ए सीरीज। सो मिडल नंबर ऑफ ए सीरीज सो फॉर एग्जाम्पल 1 2 3 4 5। सो इस सीरीज ਦੇ ਵਿੱਚ ਜਿਹੜਾ ਮੀਡੀਅਮ ਕੀ ਹੈ? ਸੋ 3 ਜਿਹੜਾ ਹੈਗਾ ਆ ਜਿਹਦੇ 2 +
ਨੰਬਰ ਖੱਬੇ ਪਾਸੇ ਲਾਈ ਕਰਦੇ ਤੇ 2 ਨੰਬਰ ਸੱਜੇ ਪਾਸੇ ਲਾਈ ਕਰਦੇ ਆ। ਸੋ ਇਹਦਾ ਜਿਹੜਾ ਮੀਡੀਅਨ ਕੀ ਹੈ, ਸੋ ਇਹਦਾ ਜਿਹੜਾ ਮੀਡੀਅਨ ਹੈ that is number 3। ਸੋ ਇਸੇ ਤਰ੍ਹਾਂ ਹੀ P Q ਤੇ R ਦਾ ਜਿਹੜਾ ਹੈ ਉਹ Q ਜਿਹੜਾ ਹੈ it cannot be a medium for all the cases of arithmetic series। ਸੋ ਮੋਡ ਵੀ ਨਹੀਂ ਹੋ ਸਕਦਾ। ਸੋ ਇਹਦਾ ਜਿਹੜਾ ਕਰੈਕਟ ਆਪਸ਼ਨ ਕੀ ਹੈ, ਸੋ that is option A। ਸੋ fourth question is ਜੇਕਰ ਹੇਠ ਦਿੱਤੀਆਂ ਸਮੀਕਰਨ ਪ੍ਰਣਾਲੀਆਂ ਦੇ ਅਨੰਤ ਹੱਲ ਹੋਣ ਤਾਂ K ਦਾ ਮੁੱਲ ਕੀ ਹੋਵੇਗਾ। If the following system equation have infinity many solutions then value of K will be, ਸੋ K ਦੀ ਜਿਹੜੀ ਵੈਲਿਊ ਆ ਉਹ ਕੀ ਹੋ ਸਕਦੀ ਹੈ। ਹੁਣ ਇਸ ਕੇਸ ਦੇ ਵਿੱਚ ਸਾਡੇ ਕੋਲ 2 ਲੀਨੀਅਰ ਇਕੁਏਸ਼ਨ ਦਿੱਤੀਆਂ ਹੋਈਆਂ। ਸੋ ਕਿਹੜੀ ਲੀਨੀਅਰ ਇਕੁਏਸ਼ਨ ਦਿੱਤੀ ਹੋਈ ਹੈ, ਸੋ ਇੱਕ ਸਾਨੂੰ ਦਿੱਤੀ ਹੋਈ ਹੈ 2x + 3y that is equal to 5 ਐਂਡ ਦੂਸਰੀ ਲੀਨੀਅਰ ਇਕੁਏਸ਼ਨ ਸਾਨੂੰ ਦਿੱਤੀ ਹੋਈ ਹੈ 4x + ky that is equal to 10। ਹੁਣ ਇਸ ਕੇਸ ਦੇ ਵਿੱਚ ਮੈਂ ਇਹਨਾਂ ਨੂੰ ਲੀਨੀਅਰ ਫਾਰਮ ਦੇ ਵਿੱਚ ਵੀ ਲਿਖ ਸਕਦਾ ਹਾਂ that is equal to a1x + b1y plus c that is equal to 0। so this is the linear form of a equation and so this second equation becomes this। so these are 2 linear equations and for having infinite number of solutions ਹੁਣ ਸਾਨੂੰ ਕੀ ਚਾਹੀਦੇ ਆ ਕਿ ਇਹਨਾਂ 2 ਸੋਲੂਸ਼ਨ ਜਿਹੜੀਆਂ 2 ਇਕੁਏਸ਼ਨਸ ਆ ਇਹਨਾਂ ਦੇ ਇਨਫਾਈਨਾਈਟ ਸੋਲੂਸ਼ਨ ਹੋਣੇ ਚਾਹੀਦੇ ਆ। ਉਹ ਕਦੋਂ ਹੋਣਗੇ, ਜਦੋਂ ਇਹ ਜਿਹੜੀਆਂ ਵੈਲਿਊਜ਼ ਆ, ਸੋ ਲੈਟ ਅਸ ਸੇ ਆਈ ਰਾਈਟ ਦਿਸ ਐਜ਼ a1x + b1y plus c that is equal to 0 and this is a2x + b2y plus c that is equal to 0। now in order to have infinite solution this ratio a1 over a2 it should be equal to b1 over b2 it should be equal to c1 over c2। ਹੁਣ a1 ਦੀ ਜਿਹੜੀ ਵੈਲਿਊ ਹੈ that is equal to 2 and a2 ਦੀ ਜਿਹੜੀ ਵੈਲਿਊ ਹੈ that is equal to 4। ਸੋ ਇਹਦੇ ਤੋਂ ਆਪਾਂ ਇਕੁਏਸ਼ਨ ਲਿਖ ਸਕਦੇ ਹਾਂ 2/4 b1 ਦੀ ਜਿਹੜੀ ਵੈਲਿਊ ਹੈ that is 3 and here b2 ਦੀ ਜਿਹੜੀ ਵੈਲਿਊ ਹੈ it is equal to k। so I can write it as 3 over k, so that is equal to c1 is minus of 5 and c2 is minus of 10 and when I cancel it so it becomes 1 over 2। so equating these 2 equations, so this will be equal to 1 over 2 that is equal to 3 over k। so ਇਹਦੇ ਤੋਂ ਮੈਂ k ਦੀ ਜਿਹੜੀ ਵੈਲਿਊ ਆ ਉਹਨੂੰ ਕੈਲਕੂਲੇਟ ਕਰ ਸਕਦਾ ਹਾਂ। so that is equal to 3 into 2 which is equal to 6। now ਜਿਹੜੀ ਆਪਸ਼ਨ ਹੈ ਸੋ k is equal to 6 is the correct option ਕਿ ਇੱਥੇ ਜਿਹੜਾ ਹੈ ਸਾਡੇ ਕੋਲ ਇਕੁਏਸ਼ਨ 4x + 6y that is equal to 10 and then these 2 linear equations it has infinite solution। so option D is the correct option for this question। so next question is ਇੱਕ ਟੈਕਸੀ ਦਾ ਕਿਰਾਇਆ ਪਹਿਲੇ 1 ਕਿਲੋਮੀਟਰ ਲਈ 30 ਰੁਪਏ ਹੈ, ਉਸ ਤੋਂ ਬਾਅਦ ਹਰੇਕ 1 ਕਿਲੋਮੀਟਰ ਲਈ 12 ਰੁਪਏ ਹੈ। 50 ਕਿਲੋਮੀਟਰ ਦਾ ਸਫ਼ਰ ਕਰਨ ਲਈ ਟੈਕਸੀ ਦਾ ਟੋਟਲ ਕਿਰਾਇਆ ਪਤਾ ਕਰੋ। now question is fare of a taxi cost ₹30 for the first kilometer and increases by 12 for each additional kilometer। ਕਿ ਪਹਿਲੇ ਕਿਲੋਮੀਟਰ ਦੇ ਲਈ ਜਿਹੜਾ ਕਿਰਾਇਆ ਹੈ ਉਹ 30 ਰੁਪਏ ਹੈ, ਦੂਸਰੇ ਕਿਲੋਮੀਟਰ ਦੇ ਲਈ ਜਿਹੜਾ ਉਹਦਾ ਕਿਰਾਇਆ ਹੈ ਉਹ 12 ਜਿਹੜਾ ਆ ਉਹਦੇ ਵਿੱਚ increases by 12 for each additional kilometer। so this is the key point ਕਿ ਜਿਹੜਾ ਉਹਦਾ 12 ਰੁਪਏ ਕਿਰਾਇਆ ਆ ਹਰ ਇੱਕ ਕਿਲੋਮੀਟਰ ਵਧਣ ਦੇ ਨਾਲ ਵੱਧ ਰਿਹਾ ਆ। ਹੁਣ ਜੇ 30 ਦੇ ਵਿੱਚ ਆਪਾਂ 12 ਐਡ ਕਰਾਂਗੇ so it will become 42। ਹੁਣ ਅਗਲੇ ਕਿਲੋਮੀਟਰ ਦੇ ਲਈ ਜੇ ਆਪਾਂ 12 ਐਡ ਕਰਾਂਗੇ ਸੋ ਫਾਰ ਐਗਜ਼ਾਮਪਲ ਇੱਥੇ 1 ਕਿਲੋਮੀਟਰ ਸੋ 42 ਦੇ ਉੱਤੇ 2 ਕਿਲੋਮੀਟਰ 3 ਕਿਲੋਮੀਟਰ ਦੇ ਉੱਤੇ ਉਹਦਾ ਕਿਰਾਇਆ ਹੋਏਗਾ 42 + 12 that is equal to 54। 4 ਕਿਲੋਮੀਟਰ ਦੇ ਲਈ ਉਹਦਾ ਕਿਰਾਇਆ ਹੋ ਜਾਏਗਾ that is 66। 5 ਕਿਲੋਮੀਟਰ ਦੇ ਲਈ ਜਿਹੜਾ ਉਹਦਾ ਕਿਰਾਇਆ ਹੈ ਸੋ that is ਜੇ ਆਪਾਂ ਇਹਦੇ 'ਚ 12 ਐਡ ਕਰੀ ਜਾਈਏ ਸੋ ਹੁਣ ਉਹਨੇ ਕੀ ਕਿਹਾ ਹੈ ਕਿ ਕਾਰ ਇਜ਼ ਟਰੈਵਲਿੰਗ ਏ ਡਿਸਟੈਂਸ ਆਫ 50 ਕਿਲੋਮੀਟਰ। ਸੋ ਟੋਟਲ ਕਿੰਨਾ ਡਿਸਟੈਂਸ ਉਹ ਟਰੈਵਲ ਕਰ ਰਹੀ ਆ
50 ਕਿਲੋਮੀਟਰ ਡਿਸਟੈਂਸ ਟਰੈਵਲ ਕਰ ਰਹੀ ਆ ਤੇ ਉਸ ਪੁਆਇੰਟ ਦੇ ਉੱਤੇ ਜਿਹੜਾ ਕਿੰਨਾ ਕਿਰਾਇਆ ਜਿਹੜਾ ਆ ਉਹ ਫੇਅਰ ਆਪਾਂ ਪਤਾ ਕਰਨਾ ਹੈ। ਨਾਓ ਯੂ ਚੈੱਕ ਦਿਸ ਸੀਰੀਜ਼। ਸੋ ਇਹ ਸੀਰੀਜ਼ ਦੇ ਵਿੱਚ ਕੀ ਹੈ ਕਿ 30 42 54 66 78। ਸੋ ਇਸ ਕੇਸ ਦੇ ਵਿੱਚ ਦਿਸ ਇਜ਼ ए AP ਸੀਰੀਜ਼। ਇਹ ਇੱਕ AP ਸੀਰੀਜ਼ ਹੈ ਜਿਹਦੇ ਵਿੱਚ ਜਿਹੜੀ ਫਸਟ ਟਰਮ ਹੈ that is equal to 30। so this is the first term and difference between consecutive term is 12। so ਹਰ ਦੋ ਟਰਮਸ ਦੇ ਜਿਹੜਾ ਵਿਚਕਾਰ ਹੈ ਡਿਫਰੈਂਸ ਉਹ ਕਿੰਨਾ ਹੈ, ਉਹ 12 ਦਾ ਡਿਫਰੈਂਸ ਹੈ। so this is the identification of a AP series। ਹੁਣ nth ਟਰਮ ਦੇ ਲਈ ਜਿਹੜੀ ਆਪਾਂ ਵੈਲਿਊ ਫਾਈਂਡ ਆਊਟ ਕਰਨੀ ਹੈ ਉਹਦੀ ਇੱਕ ਇਕੁਏਸ਼ਨ ਹੈ nth term value that is equal to first term plus n minus 1 into d। so ਇਹਦੇ ਵਿੱਚ so this is the nth term। so nth ਇਸ ਕੇਸ ਦੇ ਵਿੱਚ ਸਾਡੇ ਕੋਲ ਕੀ ਹੈ ਕਿ ਅਸੀਂ ਜਿਹੜਾ ਆ 50 ਕਿਲੋਮੀਟਰ ਦੇ ਉੱਤੇ ਉਹਦੀ ਵੈਲਿਊ ਕਿੰਨੀ ਹੋਏਗੀ ਉਹ ਫਾਈਂਡ ਆਊਟ ਕਰਨੀ ਹੈ। so a1 is the first term ਸਾਡੇ ਕੋਲ a1 ਕਿੰਨੀ ਹੈ, ਉਹ ਸਾਡੇ ਕੋਲ ਹੈ 30। so a1 ਦੀ ਵੈਲਿਊ ਸਾਡੇ ਕੋਲ 30 ਹੈ। n up to 50 ਕਿਲੋਮੀਟਰ ਤੱਕ। so ਇਹ ਕਿੰਨੇ ਪੁਆਇੰਟ ਤੱਕ ਜਾ ਰਿਹਾ ਹੈ ਨੰਬਰ, ਇਹ 50 ਤੱਕ ਜਾ ਰਿਹਾ ਹੈ। so n ਦੀ ਵੈਲਿਊ ਜਿਹੜੀ ਕਿੰਨੀ ਹੈ ਇਹਦੇ ਵਿੱਚ 50। so d difference between two terms। so d ਦੀ ਜਿਹੜੀ ਵੈਲਿਊ ਹੈ that is equal to 12। so ਆਪਾਂ ਆਓ ਪੁੱਟ ਕਰਦੇ ਹਾਂ ਵੈਲਿਊ। so anth ਆਪਾਂ ਕੈਲਕੂਲੇਟ ਕਰਨਾ ਹੈ ਕਿ nth ਟਰਮ ਦੇ ਉੱਤੇ ਉਹਦੀ ਵੈਲਿਊ ਜਿਹੜੀ ਹੈ वो कितनी हो जाएगी। so this is the anth term। so a1 is equal to 30 plus n is 50 minus 1 into 12। so ਇਹਨੂੰ ਜਦੋਂ ਆਪਾਂ ਸੋਲਵ ਕਰਦੇ ਹਾਂ so it comes out to be 618। so nth ਟਰਮ ਦੇ ਉੱਤੇ ਜਿਹੜਾ ਜਦੋਂ 50 ਕਿਲੋਮੀਟਰ ਦਾ ਡਿਸਟੈਂਸ ਟਰੈਵਲ ਕਰ ਲੇਗਾ ਤਾਂ ਉਦੋਂ ਜਿਹੜਾ ਉਹਦਾ ਟੋਟਲ ਫੇਅਰ ਕਿੰਨਾ ਬਣ ਜਾਏਗਾ that is equal to rupees 618। so option C is the correct option। next question is ਜੇਕਰ ਹੇਠ ਦਿੱਤੀ ਸਮੀਕਰਨ ਦੇ ਮੁੱਲ ਬਰਾਬਰ ਹੋਣ ਤਾਂ C ਦਾ ਮੁੱਲ ਪਤਾ ਕਰੋ। if the roots of the equation given below are equal find the value of C। ਇੱਕ ਸਾਨੂੰ ਇਕੁਏਸ਼ਨ ਦਿੱਤੀ ਹੋਈ ਹੈ, ਹੁਣ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ ਕਿ ਉਹਦੀ ਜਿਹੜੇ ਰੂਟਸ ਜੇ ਆ ਉਹ ਬਰਾਬਰ ਹੈਗੇ ਆ ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਇਸ C ਦੀ ਜਿਹੜੀ ਵੈਲਿਊ ਆ ਉਹ ਫਾਈਂਡ ਆਊਟ ਕਰਨੀ ਹੈ। ਹੁਣ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਸੋ ਦਿਸ ਇਜ਼ ਅ ਲੀਨੀਅਰ ਇਕੁਏਸ਼ਨ ax square plus bx plus c so that is equal to 0। and ਇਹ ਜਿਹੜੀ ਇਹਦੇ ਵਿੱਚ ਸਾਡੇ ਕੋਲ ਇਕੁਏਸ਼ਨ ਕੀ ਦਿੱਤੀ ਹੋਈ ਹੈ -4x plus c that is equal to 0। so in order to find roots if roots are equal so ਉਸ ਕੇਸ ਦੇ ਵਿੱਚ ਸਾਡੇ ਕੋਲ ਕੀ ਫਾਰਮੂਲਾ ਲੱਗਦਾ ਹੈ b square minus 4ac it should be equal to 0। ਹੁਣ b ਦੀ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ ਕਿੰਨੀ ਹੈ -4। so -4 ਦਾ ਸਕੁਅਰ -4 a is 3 c ਦੀ ਜਿਹੜੀ ਵੈਲਿਊ ਹੈ ਉਹ ਆਪਾਂ ਕੈਲਕੂਲੇਟ ਕਰਨੀ ਹੈ -4 ਦਾ ਸਕੁਅਰ is 16। so this is equal to 12c and from this c can be calculated 4 3 12 4 चौके 16। so c comes out to be 4/3। so option B is the correct option for this question। so next question is ਜੇ ਇੱਕ AP ਦਾ nthਵਾਂ ਪਦ 6n minus 4 ਹੈ ਤਾਂ ਇਸ ਦਾ ਸਾਂਝਾ ਡਿਫਰੈਂਸ so we have to find the difference common difference of a AP series। ਹੁਣ ਇਸ ਕੇਸ ਦੇ ਵਿੱਚ ਸਾਨੂੰ nth ਟਰਮ ਜਿਹੜੀ ਦਿੱਤੀ ਹੋਈ ਹੈ nth ਟਰਮ is 6n minus 4। so anth ਇਹਨੂੰ ਆਪਾਂ ਲਿਖ ਦਿੰਦੇ ਹਾਂ so this is equal to anth। so ਹੁਣ ਆਪਾਂ ਕੰਸੀਡਰ ਕਰ ਲਈਏ ਸਾਡੇ ਕੋਲ ਕੋਈ ਵੀ AP ਸੀਰੀਜ਼ ਹੈ ਸੋ ਜਿਹੜੀ ਕਿਸੇ ਨੰਬਰ ਤੱਕ ਜਾ ਰਹੀ ਹੈ ਸੋ ਉਸ ਕੇਸ ਦੇ ਵਿੱਚ if n is equal to 1 ਸੋ ਜੇ ਸਾਡੇ ਕੋਲ ਇੱਕ ਨੰਬਰ ਦੀ AP ਸੀਰੀਜ਼ ਹੈ
सो उस केस दे विच साडे कोल a1 की जिहड़ी वैल्यू आ कितनी आएगी जे n नूं मैं 1 पुट करा सो 6 माइनस 1 माइनस 6 इंटू 1 माइनस 4 सो दैट इज़ इक्वल टू 2। हुण जे साडे कोल n 2 होए सो उस केस दे विच a2 की जिहड़ी वैल्यू आ वो किहदे बराबर आ जाएगी दैट इज़ इक्वल टू 6 इंटू 2 माइनस 4 विच इज़ इक्वल टू 6 दूनी 12 12 चों 4 कड्डे ते 8। इफ n is equal to 3 so उस केस दे विच a3 की जिहड़ी वैल्यू आ it comes out to be 6 into 3 minus 4 6 ती 18 minus 4 so that is equal to 14 and if n is equal to 4 and then it comes out to be 6 into 4 minus 4 24 minus 4 which is equal to 20। हुण साडे कोल जिहड़ी ਇਹ वाली सीरीज बन रही है so this is our AP series 2 8 14 20 and this is according to the nth जिहड़ा नंबर है इस AP series दा ओदी वैल्यू कितनी है 6 minus 4 so this is our AP series and we have to find the common difference। हुण common difference जिहड़ा है वो किस तरह आपां कैलकुलेट करदे हां कि जिहड़ियां कंजैक्टिव टर्म्स आ उन्हां दी जे आपां सबट्रैक्शन कर दईए सो फॉर एग्जांपल 8 माइनस 2 कॉमन डिफरेंस इज 6 14 माइनस 8 कॉमन डिफरेंस इज 6 20 माइनस 14 कॉमन डिफरेंस इज 6 सो जिहड़ा AP सीरीज दे विच कंजैक्टिव डिफरेंस कितना आ रहा है सो दैट इज ऑप्शन B। सो मूविंग टुवर्ड्स द नेक्स्ट क्वेश्चन सो नेक्स्ट क्वेश्चन इज कि चित्र देख के सही विकल्प चुनो ऑब्जर्व द गिवन फिगर एंड फाइंड आउट द करैक्ट ऑप्शन। हुण जे तुसी इस ट्रायंगल दे विच ध्यान दे नाल देखो सो इहदे विच जिहड़ियां दो वैल्यूज है सो AC साइड इट इज इक्वल टू RP साइड दैट इज इक्वल टू 2.5 सेंटीमीटर एंड BC is equal to PQ which is equal to 3 centimeter and one angle is 35 degree। so AC side जिहड़ी है that is equal to RP which is equal to 2.5 centimeter। second side जिहड़ी है that is equal to BC is equal to QP that is equal to 3 centimeter and angle C which is equal to angle P which is equal to 35 degree। ਹੁਣ ਇਸ केस ਦੇ ਵਿੱਚ so this is a triangle of SAS so ਜਿਹਦੇ ਵਿੱਚ ਦੋ ਸਾਈਡਸ ਤੇ ਇੱਕ ਐਂਗਲ ਜਿਹੜਾ ਆ ਉਹ ਬਰਾਬਰ ਹੈਗੇ ਆ so this triangles so these two triangles so they are congruent so ਇਹ ਦੋ ਟ੍ਰਾਇੰਗਲ ਜਿਹੜੀਆਂ ਆ ਉਹ ਆਪਸ ਦੇ ਵਿੱਚ ਬਰਾਬਰ ਹੋਣਗੀਆਂ। ਉਹਨੂੰ ਬਰਾਬਰ ਕਿਸ ਤਰ੍ਹਾਂ ਹੋਣਗੀਆਂ ਸੋ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਸੋ AC ਸੋ ਇਹਨੂੰ ਮੈਂ ਕਿਸ ਤਰ੍ਹਾਂ ਲਿਖ ਸਕਦਾ ਹਾਂ ABC so this is the recognition of congruent triangle so this triangle will be equal to R Q and P so R Q and P so BC जिहड़ी आ वो QP दे बराबर है सो BC is equivalent to QP and PR ਜਾਂ RP जिहड़ी आ that is equal to AC and angle C that is equal to angle P so correct option so ਕਿਹੜੀ ਹੋਏਗੀ triangle ABC is equal to triangle QPR now triangle ABC is equal to triangle RQP so option C is the correct option for a SAS congruent triangle। Next question is mean of 100 numbers was found to be 50 but later on it was observed that one of the number 150 was wrongly taken as 50। the correct mean we have to calculate 100 ਸੰਖਿਆਵਾਂ ਸਾਨੂੰ ਦਿੱਤੀਆਂ ਹੋਈਆਂ ਸੋ ਉਹਨਾਂ ਦਾ ਜਿਹੜਾ ਮੀਨ ਹੈ ਉਹ ਕਿੰਨਾ ਆ ਰਿਹਾ ਹੈ 50 ਆ ਰਿਹਾ ਹੈ ਸੋ ਮੀਨ ਆਫ 100 numbers is equal to 50 and mean ਦੀ ਜੇ ਮੈਂ definition ਲਿਖਾਂ
ਸੋ ਮੀਨ ਕਿਹਦੇ ਬਰਾਬਰ ਹੁੰਦਾ ਹੈ? ਸਮ ਆਫ ਆਬਜ਼ਰਵੇਸ਼ਨਸ over total number of observations। ਹੁਣ ਇਸ ਕੇਸ ਦੇ ਵਿੱਚ ਸਮ ਕਿੰਨਾ ਆ ਰਿਹਾ ਹੈ? ਸੋ ਮੀਨ ਆਫ 100 observation is 50, ਸੋ ਸਮ ਆ ਰਿਹਾ ਹੈ 50, ਮੀਨ ਜਿਹੜਾ ਹੈ ਉਹ 50 ਆ ਰਿਹਾ ਹੈ। ਸੋ 50 is equal to sum of observations divided by number of observation। so total ਕਿੰਨੀਆਂ observation ਹੈਗੀਆਂ? so that is equal to 100। so ਇਹਦੇ ਤੋਂ ਆਪਾਂ sum of observation ਜਿਹੜੀਆਂ ਉਹਦੀ value calculate ਕਰ ਲਾਂਗੇ। so sum of observations, so total ਜਿਹੜੀਆਂ 100 observation ਹੈ ਸਾਡੇ ਕੋਲ, ਉਹਨਾਂ ਦਾ sum ਕਿਹਦੇ ਬਰਾਬਰ ਆਏਗਾ? 50 into 100 which is equal to 5000। so sum of observation is equal to 5000। ਹੁਣ ਉਹ ਕੀ ਕਹਿ ਰਿਹਾ ਹੈ ਕਿ ਇੱਕ ਜਿਹੜੀ ਵੈਲਿਊ ਹੈ ਜਿਹੜੀ ਆਪਾਂ 150 ਲਿਖਣੀ ਸੀ, ਜਦ ਕਿ ਆਪਾਂ ਗਲਤੀ ਨਾਲ ਉਹਦੀ ਵੈਲਿਊ ਕਿੰਨੀ ਲਿਖਤੀ? ਅਸੀਂ 50 ਲਿਖਤੀ। ਸੋ ਇੱਕ ਵੈਲਿਊ ਜਿਹੜੀ ਹੈ ਉਹਦੇ ਵਿੱਚ ਆਪਾਂ ਇੰਟਰਚੇਂਜ ਕਰਨੀ ਹੈ। ਸੋ ਉਹਦੇ ਵਿੱਚ ਹੁਣ ਨਿਊ ਸਮ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ? ਸੋ ਨਿਊ ਸਮ ਆਫ ਆਬਜ਼ਰਵੇਸ਼ਨਸ, ਸੋ ਉਹ ਕਿਹਦੇ ਬਰਾਬਰ ਹੋਏਗਾ? 5000 ਤੇ ਆਪਾਂ ਕੱਢ ਲਿਆ। ਸੋ ਇੱਕ ਵੈਲਿਊ ਜਿਹੜੀ ਆਪਾਂ -50 करके ऐड की करना? 150 ऐड कर देना। सो इट कम्स आउट टू बी 5100। सो मीन जिहड़ा है वो आपां कढ लांगे। सम ऑफ ऑब्जरवेशन डिवाइडेड बाय टोटल नंबर ऑफ ऑब्जरवेशन, वो तो सेम ही रही क्योंकि आपां एक वैल्यू जिहड़ी आ वो रिप्लेस की है। सो मीन हुण जिहड़ा नवां साडे कोल मीन कितना आएगा? सो 51 विल बी द न्यू वैल्यू ऑफ मीन इफ वी रिप्लेस one number that is 150 with 50। so moving toward the last question of this question paper। so question is, a dice is thrown once, the probability of getting a prime number is। ਹੁਣ ਡਾਈਸ ਕੀ ਹੈ ਜਿਹਦੇ ਵਿੱਚ 1 ਤੋਂ ਲੈ ਕੇ 6 ਤੱਕ ਜਿਹੜੀਆਂ ਵੈਲਿਊਜ਼ ਆ ਉਹ ਦਿੱਤੀਆਂ ਹੁੰਦੀਆਂ ਜਦੋਂ ਤੁਸੀਂ ਲੁੱਡੋ ਖੇਡਦੇ ਹੋ। ਸੋ ਤੁਹਾਨੂੰ ਸਾਰਿਆਂ ਨੂੰ ਡਾਈਸ ਦੇ ਬਾਰੇ ਪਤਾ ਹੀ ਹੈ ਕਿ ਜਿਹਦੇ ਵਿੱਚ 1 ਤੋਂ ਲੈ ਕੇ 6 ਨੰਬਰ ਤੱਕ 6 ਫੇਸਿਸ ਹੁੰਦੇ ਆ। ਸੋ ਉਹਦੀਆਂ ਵੈਲਿਊ ਜਿਹੜੀਆਂ ਉਹ ਲਿਖੀਆਂ ਹੁੰਦੀਆਂ। ਸੋ ਅਸੀਂ ਪ੍ਰੋਬੇਬਿਲਿਟੀ ਫਾਈਂਡ ਆਊਟ ਕਰਨੀ ਆ ਕਿ ਜਦੋਂ ਆਪਾਂ ਡਾਈਸ ਨੂੰ ਇੱਕ ਵਾਰੀ ਉੱਤੇ ਸੁੱਟੀਏ ਤੇ ਜਿਹੜਾ ਸਾਡੇ ਕੋਲ ਥੱਲੇ ਨੰਬਰ ਆਏ ਸੋ ਉਹ ਪ੍ਰਾਈਮ ਨੰਬਰ ਹੋਣਾ ਚਾਹੀਦਾ। ਹੁਣ ਪ੍ਰਾਈਮ ਨੰਬਰ ਦੀ ਜਿਹੜੀ ਡੈਫੀਨੇਸ਼ਨ ਕੀ ਹੈ? ਸੋ ਇਟ ਇਜ਼ ਅ ਨੈਚੁਰਲ ਨੰਬਰ। ਸੋ ਪ੍ਰਾਈਮ ਨੰਬਰ ਇਜ਼ ਅ ਨੈਚੁਰਲ ਨੰਬਰ which is greater than 1 and is that number not divisible by any number except itself। ਹੁਣ 1 ਤੋਂ ਲੈ ਕੇ 6 ਤੱਕ ਤੁਸੀਂ ਦੇਖੋਗੇ ਕਿ 1 ਤੋਂ ਇਲਾਵਾ ਹੋਰ ਕਿਹੜੀ ਵੈਲਿਊ ਜਿਹੜੀ ਆਪਣੇ ਆਪ ਦੇ ਨਾਲ ਹੀ ਡਿਵਿਜ਼ੀਬਲ ਆ, ਹੋਰ ਕਿਸੇ ਨਾਲ ਵੀ ਉਹ ਡਿਵਾਈਡ ਨਹੀਂ ਹੋ ਸਕਦੀ। ਸੋ ਇੱਕ ਹੈ 2, ਇੱਕ ਹੈਗੀ 3, 4 ਜਿਹੜਾ ਹੈ ਉਹ 2 ਨਾਲ ਡਿਵਿਜ਼ੀਬਲ ਹੋਏਗਾ। ਸੋ ਇਹਦਾ ਮਤਲਬ 4 ਜਿਹੜਾ ਹੈ ਉਹ ਪ੍ਰਾਈਮ ਨੰਬਰ ਨਹੀਂ ਹੈ। ਸੋ 5 ਜਿਹੜਾ ਹੈ ਇਟ ਇਜ਼ ਅਗੇਨ ਡਿਵਿਜ਼ੀਬਲ ਬਾਈ ਇਟਸੈਲਫ ਐਂਡ 1। ਸੋ 5 ਇਜ਼ ਅਗੇਨ ਏ ਪ੍ਰਾਈਮ ਨੰਬਰ। 6 it is divisible by 2, it is divisible by 3, so 6 is not a prime number। so prime number ਕਿਹੜੇ ਹੈਗੇ ਆ 1 ਤੋਂ ਲੈ ਕੇ 6 ਤੱਕ? ਇੱਕ ਹੈਗਾ 2, ਇੱਕ ਹੈਗਾ 3 ਤੇ ਇੱਕ ਹੈਗਾ 5। so prime numbers ਅਸੀਂ ਕੱਢ ਲਏ ਕਿਹੜੇ ਹੋਣਗੇ? so prime numbers are 2, 3 and 5। now probability फाइंड आउट करन दा की तरीका है कि किन्ने इवेंट्स जिहड़े आ वो आपां फाइंड आउट करने आ ओवर टोटल नंबर ऑफ इवेंट्स। सो प्राइम नंबर किन्ने चांसिस हैगे आ? 3 चांसिस हैगे आ कि प्राइम नंबर जिहड़ा आएगा। सो टोटल नंबर ऑफ जिहड़े मोस्ट लाइकली इवेंट्स दैट इज इक्वल टू 1 तो लैके 6 तक 6 वैल्यू है। सो इट कम्स आउट टू बी 1/2। सो
probability ਜਿਹੜੀ ਆ ਉਹ prime number ਆਉਣ ਦੀ ਕਿੰਨੀ ਹੈ, so that is equal to 1/2. So option A is the correct option. So this is very important question, and all the questions, so they are quite important and so very critically designed, very well designed. So I hope you have understand this all the concept for these questions. So keep watching our channel for more such videos. Till then, goodbye.